वाहिगुरू जी का खालसा वाहिगुरू जी की फतेह। तो जिमें कि थानू पता है परिवार विछोड़े पैन तो बाद माता गुजर कौर जी ते छोटे साहिबजादे किन्ने रास्तां विच किन्ने हालातां च किन्नी ठंड दे विच इस स्थान ते पहुंचे। ते अज साडे नाल हरबंस सिंह जी साडे विच मौजूद है। ते बाबा जी किसी कारण उन्हां नूं जाना पै गया ते जानकारी सानूं बाबा हरबंस सिंह जी देणगे। बाबा जी पहला तां ये दसो जी जिस तरह जिवें कि परिवार विछोड़ा पैण तो बाद माता जी ते छोटे साहिबजादे किन्ना रास्ता लिया। वाहिगुरू जी का खालसा वाहिगुरू जी की फतेह। ये जो गुरुद्वारा सन बाबा कुमा वासी आप दर्शन कर रहे हो, ये सरसा नदी का आनंदपुर साहब वाला पासा पैंदा ते यही रस्ते पैंदे होंगे। तुसीं दर्शन करोगे आले दुआले सारा जंगली रास्ता, भावें बिरले तावें पिंड बस गए ने, पर उस टाइम सारा यह जंगली रास्ता सीगा। ਜਦੋਂ 2004 ਦੇ ਵਿੱਚ ਇਹ ਸਥਾਨ ਦੀ ਖੋਜ ਹੋਈ ਆ, ਉਦੋਂ ਵੀ ਝੱਲ ਝਾੜੀਆਂ ਤਕਰੀਬਨ 4 ਚੁਫੇਰੇ ਜੰਗਲੀ ਰਸਤਾ ਸੀ। ਦੂਰ ਦਰਾਡੇ ਤੋਂ ਹੁਣ ਕੀ ਸੰਗਤਾਂ ਆਉਂਦੀਆਂ ਦੇਖਦੀਆਂ ਤੇ ਇਸੇ ਤਰ੍ਹਾਂ 4 ਚੁਫੇਰੇ ਉਹੀ ਮਾਹੌਲ ਸਾਰਾ ਸਾਨੂੰ ਯਾਦ ਚੇਤੇ ਆਉਂਦਾ। ਜਿਵੇਂ ਭਾਈ ਮਨਿੰਦਰ ਸਿੰਘ ਜੀ ਹਰਜਿੰਦਰ ਸਿੰਘ ਨੇ ਇੱਕ ਕਵਿਤਾ ਗਾਈ ਸੀ ਕਾਫੀ ਚਿਰ ਪਹਿਲਾਂ, ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਜੁਰਾਂ ਦੇ ਨਾਲ ਜੀ। ਉਹੀ ਸੀਨ ਸਾਨੂੰ ਸਾਹਮਣੇ ਹੁਣ ਦੇਖਣ ਨੂੰ ਨਜ਼ਰ ਆਉਂਦਾ। ਜਿਹੜਾ ਇਹ ਸਥਾਨ ਬਣਿਆ ਹੋਇਆ ਇਹ ਸਰਸਾ ਨਦੀ ਦਾ ਕੰਢਾ ਸੀ। ਤੇ ਜਦੋਂ ਪਰਿਵਾਰ ਦਾ ਵਿਛੋੜਾ ਹੋਇਆ, ਦਾਦੀ ਮਾਂ ਤੇ ਸਾਹਿਬਜ਼ਾਦੇ ਇਹਨਾਂ ਰਸਤਿਆਂ ਪਿੰਡਿਆਂ ਦੇ ਰਾਹੀਂ ਹੀ ਇਸ ਸਥਾਨ ਤੇ ਪਹੁੰਚੇ ਸੀ। ਇੱਥੇ ਨੇੜੇ ਹੀ ਪਰਲੇ ਪਾਸੇ ਪਿਛਲੇ ਪਾਸੇ ਸਤਲੁਜ ਦਰਿਆ ਵਗਦਾ ਤੇ ਜਿਹੜੀ ਸਰਸਾ ਨਦੀ ਆ ਇੱਥੇ ਫਿਰ ਸਤਲੁਜ ਦਰਿਆ ਦੇ ਵਿੱਚ ਪੈ ਕੇ ਉਹ ਆਪਣਾ ਵਜੂਦ ਖਤਮ ਕਰ ਦਿੰਦੀ ਹੈ। ਅੱਛਾ, ਤੇ ਜਿਵੇਂ ਆਪਾਂ ਰਸਤਾ ਅਸੀਂ ਪਹਿਲਾਂ ਵੀ ਦੇਖਦੇ ਹੋ ਤੇ ਜਿਹੜੇ ਨਗਰ ਕੀਰਤਨ ਦੇ ਰੂਪ ਵਿੱਚ ਉਹ ਸਰਸਾ ਦੇ ਵਿੱਚ ਤੋਂ ਕਾਫੀ ਸਰਸਾ ਜਿਹੜਾ ਠਾਠਾ ਮਾਰਦਾ ਹੁਣ ਵੀ ਉਹ ਮੌਜੂਦ ਹੈ। ਸੰਗਤਾਂ ਉਹਦੇ ਵਿੱਚੋਂ ਨਿਕਲ ਕੇ ਆਉਂਦੀਆਂ ਤੇ ਕਿਵੇਂ ਆਪਾਂ ਸੋਚ ਸਕਦੇ ਹਾਂ ਵੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਸੀ ਕਿੰਨਾ ਪਾਣੀ। ਸਰਸਾ ਨਦੀ ਆ ਜਿਹੜੀ ਇਹ ਲਗਾਤਾਰ ਵਗਣ ਵਾਲਾ ਚੋਆ ਆਪਣਾ ਨਦੀ ਨਹੀਂ ਹੈਗੀ। ਜਦੋਂ ਪਹਾੜਾਂ ਦੇ ਵਿੱਚ ਮੀਂਹ ਪੈਂਦਾ ਹੈ, ਇੱਕ ਹੜ੍ਹ ਦਾ ਰੂਪ ਧਾਰਨ ਕਰਕੇ ਇਕੱਠਾ ਹੋ ਕੇ ਪਾਣੀ ਸਰਸਾ ਨਦੀ ਦੇ ਵਿੱਚੋਂ ਵਗਦਾ। ਹੁਣ ਵੀ ਆਪਾਂ ਵੇਖਦੇ ਹਾਂ ਥੋੜ੍ਹਾ ਬਹੁਤਾ ਪਾਣੀ ਜੋ ਹੁਣ ਤਾਂ ਫੈਕਟਰੀਆਂ ਵਾਲਾ ਜਾਂ ਥੋੜ੍ਹਾ ਬਹੁਤਾ ਪਾਣੀ ਆਉਂਦਾ ਤੇ ਬਾਕੀ ਲਗਾਤਾਰ ਨਹੀਂ ਸਰਸਾ ਨਦੀ ਵਗਦੀ ਹੈਗੀ। ਤੇ ਉਦੋਂ ਵੀ ਲਗਾਤਾਰ ਇਤਿਹਾਸ ਪੜ੍ਹਦੇ ਹਾਂ ਆਪਾਂ, ਮੀਂਹ ਪੈਂਦਾ ਸੀ ਪਹਾੜਾਂ ਦੇ ਵਿੱਚ 2-3 ਦਿਨ ਲਗਾਤਾਰ ਮੀਂਹ ਪੈਂਦਾ ਸੀ। ਜਦੋਂ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੋੜਾ ਹੋਇਆ ਤੇ ਸਰਸਾ ਨਦੀ ਦੇ ਵਿੱਚ ਹੜ੍ਹ ਆਇਆ ਹੋਇਆ ਸੀ। ਤੇ ਜਦੋਂ ਕੁਝ ਪਾਣੀ ਘਟਿਆ, ਇਤਿਹਾਸ ਦੇ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਜਦੋਂ ਕੁਝ ਥੋੜ੍ਹਾ ਜਿਹਾ ਪਾਣੀ ਉਤਰਿਆ ਉਦੋਂ ਗੁਰੂ ਸਾਹਿਬ ਜੀ ਨੇ ਸਰਸਾ ਨਦੀ ਨੂੰ ਪਾਰ ਕੀਤਾ। ਵੱਡੇ ਸਾਹਿਬਜ਼ਾਦਿਆਂ ਸਮੇਤ ਸਿੰਘਾਂ ਨੇ ਕੁਝ ਸਮਾਨ ਰੋੜਿਆ ਵੀ, ਘੋੜੇ ਸਮੇਤ ਸਿੰਘਾਂ ਨੇ ਕਾਫੀ ਵੱਡਾ ਭਾਰੀ ਨੁਕਸਾਨ ਹੋਇਆ। ਉਸ ਸਮੇਂ ਜੋ ਪਰਿਵਾਰ ਸੀ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤੇ ਗੁਰੂ ਸਾਹਿਬ ਜੀ ਵੱਡੇ ਸਾਹਿਬਜ਼ਾਦਿਆਂ ਸਮੇਤ ਸਰਸਾ ਨਦੀ ਪਾਰ ਕਰਕੇ ਭੱਠਾ ਸਾਹਿਬ ਪਹੁੰਚੇ। ਉੱਥੋਂ ਹੁੰਦੇ ਹੋਏ ਜਿਹੜੀ 7 ਪੋਹ ਦੀ ਰਾਤ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਸੀ। ਤੇ ਦਾਦੀ ਮਾਂ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਉਹ ਸਰਸਾ ਨਦੀ ਪਾਰ ਨਹੀਂ ਕਰ ਸਕੇ ਤੇ ਦਿਨ ਦੇ ਵਿੱਚ ਝੱਲ ਝਾੜੀਆਂ ਦੇ ਵਿੱਚ ਲੁਕਦੇ ਛਿਪਦੇ ਰਹੇ। ਤੇ ਸ਼ਾਮ ਸਮੇਂ ਜਦੋਂ ਤੰਦੂਰਕਾਂ ਰਲਣ ਦਾ ਸਮਾਂ ਇੱਥੇ ਤਕਰੀਬਨ 5:30 ਵਜੇ ਵਿਦਵਾਨਾਂ ਵੱਲੋਂ ਮਿਥਿਆ ਗਿਆ, ਉਹ ਇਸ ਸਥਾਨ ਤੇ ਬਾਬਾ ਕੁਮਾ ਵਾਸ਼ਕੀ ਦੀ ਛਾਨ ਦੇ ਵਿੱਚ ਆਉਂਦਾ। ਜੇ ਆਪਾਂ ਗੱਲ ਕਰੀਏ ਉਹ ਇਹ ਜਿਹੜਾ ਗੁਰਦੁਆਰਾ ਸਾਹਿਬ ਆਪਾਂ ਸੁਸ਼ੋਭਿਤ ਕੀਤਾ ਗਿਆ ਤੇ ਆਪਾਂ ਇੱਥੇ ਸਮਝ ਲਈਏ ਜਿਵੇਂ ਇੱਥੇ ਸੀ ਉਹਨਾਂ ਦਾ ਹਾਂਜੀ, ਜਿਹੜਾ ਦਰਬਾਰ ਸਾਹਿਬ ਤੁਸੀਂ ਆਪਣਾ ਵੇਖ ਰਹੇ ਹੋ ਜਿੱਥੇ ਮਹਾਰਾਜ ਦਾ ਪ੍ਰਕਾਸ਼ ਆ ਹੁਣ, ਤੇ ਇਹੀ ਭਾਵਨਾ ਸ਼ੁਰੂ ਤੋਂ ਹੀ ਇਹੀ ਰਹੀ ਹੈ। ਇੱਥੇ ਨਿਸ਼ਾਨ ਸਾਹਿਬ ਪਹਿਲਾਂ ਇੱਥੇ ਹੀ ਲੱਗਿਆ ਸੀ ਤੇ ਇੱਥੇ ਹੀ ਮਤਲਬ ਛੰਨ ਸੀ। ਬਾਕੀ ਨਿਸ਼ਾਨੀ ਜੇ ਆਪਾਂ ਵੇਖੀਏ ਕੋਈ 312 ਸਾਲ ਬਾਅਦ ਇੰਨੀ ਕੋਈ ਛੰਨ ਮਤਲਬ ਕੋਈ ਨਹੀਂ ਜੀ। ਪਹਿਲਾਂ ਕੋਈ ਨਿਸ਼ਾਨੀ ਹੁੰਦੀ ਤਾਂ ਜ਼ਰੂਰ ਮਤਲਬ ਇੱਥੇ ਸਥਾਨ ਬਣ ਜਾਣਾ ਸੀ, ਪਰ ਮਤਲਬ ਇਹ ਸਥਾਨ ਨਾ ਬਣਨ ਦਾ ਕਾਰਨ ਇਹ ਸੀ ਵੀ ਇੱਥੇ ਨਿਸ਼ਾਨੀ ਕੋਈ ਨਹੀਂ ਸੀ। ਪਰ ਵਿਦਵਾਨਾਂ ਵੱਲੋਂ ਜਿਹੜਾ ਇਲਾਕੇ ਦਾ ਸਾਰਾ ਇਹ ਦੇਖਿਆ ਭਾਲਿਆ ਗਿਆ, ਫਿਰ ਸਮੇਂ ਦੇ ਉਹਨੂੰ ਹਾਲਾਤਾਂ ਨੂੰ ਦੇਖਦੇ ਹੋਏ, ਰਵਾਇਤਾਂ ਨੂੰ ਦੇਖਦੇ ਹੋਏ, ਸਾਰਾ ਇਤਿਹਾਸਕ ਤੱਥਾਂ ਨੂੰ ਦੇਖਦੇ ਹੋਏ, ਰਾਹ ਪੈਂਦਿਆਂ ਨੂੰ, ਸਾਰਾ ਵੱਟ ਬੰਨਿਆਂ ਨੂੰ ਦੇਖਦੇ ਹੋਏ ਜਿਹੜਾ ਨਿਯਤ ਕੀਤਾ ਸਥਾਨ ਕਿ ਦਰਬਾਰ ਸਾਹਿਬ ਤੋਂ ਹੀ ਭਾਵਨਾ ਜੁੜੀ ਹੋਈ ਕਿ ਇਹੀ ਸਥਾਨ। ਜੇ ਆਪਾਂ ਗੱਲ ਕਰੀਏ ਇਸ ਗੁਰਦੁਆਰਾ ਸਾਹਿਬ ਦੀ ਹੁਣ ਬਹੁਤ ਵੱਡੀਆਂ ਇਮਾਰਤਾਂ ਖੜੀਆਂ ਹੋ ਚੁੱਕੀਆਂ ਤੇ ਜਿਵੇਂ ਕਿ ਬਾਬਾ ਸੁਰਿੰਦਰ ਸਿੰਘ ਜੀ ਇਹਨਾਂ ਦੀ ਖੋਜ ਕੀਤੀ ਹੈ, ਕਿਆ ਉਹ ਉਹਨਾਂ ਦੇ ਮੁਖੀ ਇਹੀ ਹੈ ਜਾਂ ਕੋਈ ਹੋਰ ਗੁਰਦੁਆਰਾ ਜਾਂ ਹੋਰ ਕੋਈ ਟਰਸਟ ਗੁਰਦੁਆਰਾ? ਇਹ ਸਥਾਨ 2007 ਦੇ ਵਿੱਚ ਬਣਿਆ ਤੇ ਕੁਝ ਸ਼ੁਰੂ ਦੇ ਵਿੱਚ ਇਹ ਯਤਨ ਹੋਏ ਕੁਝ ਲੋਕਾਂ ਵੱਲੋਂ ਕਿ ਇੱਥੇ ਡੇਰਾ ਬਣਾਇਆ ਜਾਵੇ।
ਪਰ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਸ਼ੁਰੂ ਤੋਂ ਹੀ ਇਹੀ ਰਿਹਾ ਕਿ ਅਸੀਂ ਇੱਥੇ ਡੇਰਾ ਨਹੀਂ ਬਣਨ ਦੇਣਾ, ਕਿਉਂਕਿ ਡੇਰੇ ਦਾ ਪਹਿਲਾਂ ਹੀ ਪੰਜਾਬ ਵਿੱਚ ਬਹੁਤ ਡੇਰੇਦਾਰਾਂ ਨੇ ਪਹਿਲਾਂ ਹੀ ਬੜਾ ਖਰਾਬਾ ਕੀਤਾ। ਸੋ ਜੇ ਇਹ ਸਥਾਨ ਕੌਮੀ ਇਤਿਹਾਸਕ ਸਥਾਨ ਆ, ਸਾਰਾ ਪੰਥ ਦਾ ਸਥਾਨ ਹੈ, ਤੇ ਸ਼ੁਰੂ ਦੇ ਵਿੱਚ ਉਹਨਾਂ ਨੇ ਫਿਰ ਕਮੇਟੀ ਰਜਿਸਟਰਡ ਕਰਵਾਈ, ਆਲੇ ਦੁਆਲੇ ਪਿੰਡਾਂ ਦੇ ਇੱਕ ਮੈਂਬਰ ਲੈ ਕੇ ਇੱਕ ਕਮੇਟੀ ਰਜਿਸਟਰਡ ਕਰਵਾਈ, ਜਿਹੜਾ ਸਾਰਾ ਇਹ ਦੇਖ ਰੇਖ ਸਾਰਾ ਪ੍ਰਬੰਧ ਕਰਦੀ ਆ। ਤੇ ਭਾਈ ਸਾਹਿਬ ਸੁਰਿੰਦਰ ਸਿੰਘ ਖਾਲਸਾ ਜੀ ਵੀ ਇੱਥੇ ਆਉਂਦੇ ਰਹਿੰਦੇ, ਸਾਰਾ ਆਪਣੀ ਦੇਖ ਰੇਖ ਦੇ ਵਿੱਚ ਅਗਵਾਈ ਕਰਦੇ ਰਹਿੰਦੇ ਆ, ਉਹ ਨਾਲ ਕਮੇਟੀ ਦੇ ਨਾਲ ਮਿਲ ਕੇ, ਸੰਗਤਾਂ ਦੇ ਮਿਲ ਕੇ ਸਾਰਾ ਸਹਿਯੋਗ ਦੇ ਨਾਲ ਹੀ ਇਹ ਸਾਰਾ ਕਾਰਜ ਸੰਗਤਾਂ ਆਪ ਹੀ ਕਰਦੀਆਂ, ਗੁਰੂ ਮਹਾਰਾਜ ਆਪ ਹੀ ਕਿਰਪਾ ਦੇ ਨਾਲ ਕਰਵਾਉਂਦੇ। ਤੇ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਪਹਿਲਾਂ ਬਾਬਾ ਕੁਮਾ ਮਾਸ਼ਕੀ ਦੀ ਜਿਹੜੀ ਛੰਨ ਹੁੰਦੀ ਹੋਏਗੀ, ਤੇ ਤੁਸੀਂ ਕਿਆ ਉਸ ਚੀਜ਼ ਨੂੰ ਉਰੇ ਮੇਨਟੇਨ ਰੱਖਿਆ ਹੋਇਆ ਜਾਂ ਉੱਦਾਂ ਦੀ ਕੁਝ ਬਣਾਇਆ ਹੋਇਆ ਜੀ? ਨਹੀਂ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਇੱਥੇ ਉਸ ਤਰ੍ਹਾਂ ਦੀ ਕੋਈ ਨਿਸ਼ਾਨੀ ਨਹੀਂ ਸੀ ਹੈਗੀ, ਤੇ ਜਿਹੜਾ ਦਰਬਾਰ ਸਾਹਿਬ ਨੂੰ ਆਪਾਂ ਮੰਨ ਸਕਦੇ ਆ ਵੀ ਇਹੀ ਮੇਨ ਸਥਾਨ ਆਪਾਂ ਮੰਨ ਸਕਦੇ ਜਿੱਥੇ ਗੁਰੂ ਮਹਾਰਾਜ ਜੀ ਦੇ ਵਿਸ਼ੇਸ਼ ਪ੍ਰਕਾਸ਼ ਆ। ਪਰ ਹੁਣ ਇੱਕ ਆਪਣਾ ਸ਼ੁਰੂ ਤੋਂ ਹੀ ਇਹ ਭਾਵਨਾ ਰਹੀ ਸੰਗਤਾਂ ਦੀ ਛੰਨ ਦੇ ਨਾਲ, ਕਿਉਂਕਿ ਇਸ ਸਥਾਨ ਦਾ ਜਿਹੜਾ ਛੰਨ ਦੇ ਨਾਲ ਜੁੜਿਆ ਹੋਇਆ ਨਾਮ, ਕਈ ਸੰਗਤਾਂ ਨੇ ਕਿਹਾ ਵੀ ਕਿ ਤੁਸੀਂ ਇੱਥੇ ਛੰਨ ਬਣਾਓ, ਤੇ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਜੀ ਕਹਿਣ ਲੱਗੇ ਵੀ ਨਹੀਂ, ਜੇ ਇੱਥੇ ਛੰਨ ਬਣਾ ਦਿੱਤੀ ਤਾਂ ਲੋਕਾਂ ਨੇ ਛੰਨ ਨੂੰ ਮੱਥੇ ਟੇਕਣ ਲੱਗ ਜਾਣੇ, ਇੱਕ ਹੋਰ ਤਰ੍ਹਾਂ ਦੀ ਉਹ ਭਾਵਨਾ ਬਣ ਜਾਣੀ ਲੋਕਾਂ ਦੀ, ਪਤਾ ਨਹੀਂ ਇਹੀ ਛੰਨ ਹੈ ਬਾਬਾ ਕੁਮਾ ਮਾਸ਼ਕੀ ਦੀ। ਤੇ ਹੁਣ ਵੀ ਇੱਥੇ ਇੱਕ ਛੰਨ ਬਣੀ ਹੋਈ ਹੈ, ਹੁਣੇ ਪਿਛਲੇ ਦਿਨੀ ਬਣਾਈ ਆ। ਉਹ ਵੀ ਉਹਦਾ ਬਣਾਉਣ ਦਾ ਕਾਰਨ ਇਹ ਬਣਿਆ ਕਿ ਇੱਕ ਟਰੈਲੀ ਦੀ ਛੱਤ ਬਾਂਸ ਦੀਆਂ ਫੱਟੀਆਂ ਪਾੜ ਕੇ, ਇੱਕ ਟਰੈਲੀ ਦੀ ਛੱਤ ਪਾ ਕੇ ਕਿਸਾਨ ਮੋਰਚਾ ਜਦੋਂ ਤੋਂ ਲੱਗਾ ਹੈ, ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਕੇ ਇੱਕ ਆਪਣਾ ਪੈਪਾਂ ਤੇ ਸਰੀਏ ਦੀ ਛੱਤ ਬਣਾ ਕੇ ਉਹਦੇ ਉੱਪਰ ਇੱਕ ਛਪਰਾ ਬਣਾ ਕੇ ਬਾਂਸ ਦਾ ਬਹੁਤ ਵਧੀਆ ਸੋਹਣੀ ਛੰਨ ਬਣਾ ਕੇ, ਇੱਕ ਨਾਲ ਟਰੈਲੀ ਦੇ ਵਿੱਚ ਕੂਲਰ ਵੀ ਲਾਇਆ ਗਿਆ, ਪੱਖੇ ਵੀ, ਲਾਈਟਾਂ, ਸਾਰਾ ਕੁਝ ਫਿੱਟ ਕਰਕੇ ਉੱਥੇ ਲੈ ਕੇ ਗਏ ਸੀ। ਤੇ ਹੁਣ ਕਿਸਾਨ ਮੋਰਚਾ ਤਕਰੀਬਨ ਸਿਰਾ ਕਾਨੂੰਨ ਤੇ ਵਾਪਸ ਹੋ ਚੁੱਕੇ ਆ, ਤੇ ਉਹ ਟਰੈਲੀ ਫਿਰ ਜ਼ਿਮੀਂਦਾਰਾਂ ਜਿਹਦੀ ਹੈਗੀ ਸੀ ਉਹਨਾਂ ਨੇ ਵਾਪਸ ਲੈ ਕੇ ਆਂਦੀ। ਉਹ ਛੱਤ ਨੂੰ ਜ਼ਰੂਰ ਸੰਭਾਲਿਆ ਗਿਆ ਪ੍ਰਬੰਧਕਾਂ ਵੱਲੋਂ ਕਿ ਇੱਕ ਯਾਦਗਾਰ ਰਹੇ ਕਿਸਾਨ ਮੋਰਚੇ ਦੀ, ਕਿਉਂਕਿ ਜਦੋਂ ਤੋਂ 26 ਤਰੀਕ ਤੋਂ ਪਿਛਲੇ ਸਾਲ ਤੋਂ ਮੋਰਚਾ ਲੱਗਾ, ਇੱਥੋਂ ਦੀ ਪ੍ਰਬੰਧਕ ਕਮੇਟੀ ਤੇ ਪਿੰਡ ਖਜੂਰਲੇ ਦੀਆਂ ਸੰਗਤਾਂ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਰੋਸ਼ਨੀ ਉਹਨਾਂ ਨੇ ਮਤਲਬ ਨਾਲ ਲਾ ਕੇ ਸੰਗਤਾਂ ਨੂੰ ਉੱਥੇ ਕੈਂਪ ਪੱਕੇ ਤੌਰ ਤੇ ਹੁਣ ਵੀ ਲੱਗਾ ਹੋਇਆ, ਪਰ ਜਿਹੜੀ ਆਪਣਾ ਛੱਤ ਆ ਉਹ ਛੰਨ ਬਣਾਈ ਉਹ ਇੱਕ ਯਾਦਗਾਰ ਦੇ ਵਜੋਂ ਸਾਂਭੀ ਗਈ ਆ। ਉੱਥੇ ਹੁਣ ਵੀ ਤੁਸੀਂ ਛੰਨ ਦੇ ਦਰਸ਼ਨ ਕਰੋਗੇ, ਬਹੁਤ ਸੋਹਣੀ ਸੁੰਦਰ ਛੰਨ ਬਣੀ। ਤੇ ਜਿਵੇਂ ਕਿ ਆਪਾਂ ਗੱਲ ਕਰ ਲਈ ਵੀ ਜਿਹੜੇ ਛੋਟੇ ਬੱਚੇ ਅੱਜ ਕੱਲ੍ਹ ਦੇ ਬੱਚੇ ਜਿਹੜੇ ਇੰਗਲਿਸ਼ ਸਕੂਲਾਂ 'ਚ ਪੜ੍ਹਦੇ ਨੇ, ਸ਼ਾਨ ਦਾ ਨਹੀਂ ਪਤਾ, ਤਾਂ ਤਕਰੀਬਨ ਜਿਹੜੇ ਉਰੇ ਨਤਮਸਤਕ ਹੋਣਗੇ, ਦਰਸ਼ਕ ਆਉਣਗੇ, ਸੰਗਤਾਂ ਆਉਣਗੀਆਂ, ਤਾਂ ਉਹ ਦਰਸ਼ਨ ਕਰ ਸਕਦੇ। ਹਾਂਜੀ ਬਿਲਕੁਲ, ਇੱਕ ਨਮੂਨੇ ਦੇ ਤੌਰ ਤੇ ਛੰਨ ਬਣਾਈ ਗਈ ਵੀ ਬਾਬਾ ਕੁਮਾ ਮਾਸ਼ਕੀ ਦੀ ਛੰਨ ਵੀ ਕੁਝ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦੀ ਉਹ ਹੋਵੇਗੀ, ਕਿਉਂਕਿ ਭਾਵਨਾ ਜੁੜੀ ਹੋਈ ਹੈ ਛੰਨ ਦੇ ਨਾਲ। ਕਈਆਂ ਨੂੰ ਪਤਾ ਨਹੀਂ ਛੰਨ ਕੀ ਹੁੰਦੀ ਹੈ, ਪਰ ਬੱਚੇ ਵੇਖਣਗੇ ਤਾਂ ਉਹ ਇਤਿਹਾਸ ਦੇ ਮਤਲਬ ਉਹ ਯਾਦ ਆਏਗਾ ਵੀ ਹੋ ਸਕਦਾ ਛੰਨ ਕੁਝ ਬਾਬਾ ਕੁਮਾ ਮਾਸ਼ਕੀ ਨੇ ਇਸੇ ਤਰ੍ਹਾਂ ਦੀ ਇੱਕ ਝੁੰਗੀ ਨੂੰ ਛੰਨ ਜਿਹੜੀ ਬਣਾਈ ਹੋਵੇਗੀ, ਕਿਉਂਕਿ ਭਾਵਨਾ ਸੰਗਤਾਂ ਦੀ ਛੰਨ ਦੇ ਨਾਲ ਜੁੜੀ ਹੋਈ ਹੈ। ਵੀ ਛੰਨ ਕੀ ਹੈ, ਕਈਆਂ ਨੂੰ ਇਹ ਨਹੀਂ ਪਤਾ ਵੀ ਛੰਨ ਹੁੰਦੀ ਕੀ ਹੈ। ਬਿਲਕੁਲ। ਹਾਂਜੀ। ਤੇ ਹੁਣ ਜਿਹੜਾ ਆਉਣ ਵਾਲਾ ਜਿਹੜਾ ਆਪਣਾ ਸਮਾਗਮ ਹੈ ਜੀ, ਉਹਦਾ ਥੋੜਾ ਜਿਹਾ ਵੇਰਵਾ ਦਿਓ ਜੀ, ਕਦੋਂ ਜਿਹੜੇ ਆਰੰਭ ਹੋਏਗੀ? ਉਹ 6, 7, 8 ਪੋਹ ਨੂੰ ਹਰ ਸਾਲ ਉਹੀ ਤਿੱਥਾਂ ਮਿੱਥੀਆਂ ਗਈਆਂ, ਕਿਉਂਕਿ 6, 7 ਦੀ ਆਪਣਾ ਰਾਤ ਨੂੰ 1704 ਨੂੰ ਅੱਧੀ ਰਾਤ ਵੇਲੇ ਗੁਰੂ ਪਰਿਵਾਰ ਦਾ ਵਿਛੋੜਾ ਹੁੰਦਾ, ਤੇ 7 ਪੋਹ ਨੂੰ ਅੰਮ੍ਰਿਤ ਵੇਲੇ ਗੁਰੂ ਪਰਿਵਾਰ ਸਰਸਾ ਨਦੀ ਦੇ ਕੰਢੇ ਤੇ ਪਹੁੰਚਦਾ ਕੀਰਤਪੁਰ ਸਾਹਿਬ ਦੇ ਲਾਗੇ ਤੋਂ, ਜਦੋਂ ਧੋਖੇ ਦੇ ਨਾਲ ਵੈਰੀ ਨਾਲ ਹੱਲਾ ਕੀਤਾ ਮੁਗਲਾਂ ਨੇ, ਤੇ ਪਰਿਵਾਰ ਵਿਛੋੜੇ ਤੋਂ ਬਾਅਦ 7 ਪੋਹ ਦੀ ਰਾਤ ਆ ਜਿਹੜੀ ਇਤਿਹਾਸ ਅਨੁਸਾਰ ਇਸ ਸਥਾਨ ਤੇ ਦਾਦੀ ਮਾਂ ਤੇ ਸਾਹਿਬਜ਼ਾਦੇ ਬਾਬਾ ਕੁਮਾ ਮਾਸ਼ਕੀ ਦੀ ਛੰਨ ਦੇ ਵਿੱਚ ਕੱਟਦੇ ਆ। ਉਹਨਾਂ ਤਿੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ 6, 7, 8 ਪੋਹ ਨੂੰ ਹਰ ਸਾਲ, ਤਰੀਕਾਂ ਭਾਵੇਂ ਦਸੰਬਰ ਦੀਆਂ ਕੋਈ ਵੀ ਹੁਣ ਅੱਗਾ ਪਿੱਛਾ ਕਈ ਵਾਰ ਹੋ ਜਾਂਦੀਆਂ, ਪਰ ਜਿਹੜਾ ਦੇਸੀ ਮਹੀਨੇ ਅਨੁਸਾਰ 6, 7, 8 ਪੋਹ ਦਾ ਸਮਾਗਮ ਹੀ ਇੱਥੇ ਮਨਾਇਆ ਜਾਂਦਾ ਹੈ। ਇਸ ਵਾਰ ਅੰਗਰੇਜ਼ੀ ਜਿਹੜੀ ਤਿਥ ਹੈ, ਉਹ ਅੰਗਰੇਜ਼ੀ ਜਿਹੜੀ ਹੈ ਤਰੀਕ ਆ, ਉਹ ਕਿਹੜੀ ਹੈ? ਇਸ ਵਾਰ 2021 ਦਾ ਜਿਹੜਾ ਦਸੰਬਰ ਦੇ ਵਿੱਚ ਆਪਾਂ ਸਾਲਾਨਾ ਸਮਾਗਮ ਮਨਾ ਰਹੇ ਆ, 20, 21, 22 ਦਸੰਬਰ ਆ ਰਹੀ ਹੈ, 6, 7, 8 ਪੋਹ। ਤੇ ਸਾਡੇ ਜਿਹੜੇ ਦਰਸ਼ਕ ਆ ਨੋਟ ਕਰ ਲੈਣ ਵੀ ਜਿਹੜਾ 2021 ਦਾ ਜਿਹੜਾ ਸਮਾਗਮ ਹੈ, ਤੇ ਉਹ 20, 21 ਤੇ 22 ਤਰੀਕ ਨੂੰ ਸੰਗਤਾਂ ਉਰੇ ਦੂਰ ਦਰਾਡੇ ਦੇਸ਼ ਤੇ ਵਿਦੇਸ਼ ਵਿੱਚੋਂ ਉਰੇ ਪਹੁੰਚਦੀਆਂ। ਅਸੀਂ ਇਲਾਕੇ ਦੇ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਜੀ ਸਟਾਰ ਟੀਮ ਵੱਲੋਂ ਵੀ ਤੁਸੀਂ ਉਰੇ ਪਹੁੰਚ ਕੇ ਆਪਣੇ ਇਸ ਸਥਾਨ ਦੇ ਜਿਹੜੇ ਉਰੇ ਨਹੀਂ ਪਹੁੰਚੇ ਆ, ਜਿਵੇਂ ਕਿ ਆਪਣੇ ਬੱਚੇ ਤੁਹਾਡੇ, ਉਹਨਾਂ ਨੂੰ ਨਹੀਂ ਪਤਾ, ਮਾਤਾ ਜੀ ਛੋਟੇ ਸਾਹਿਬਜ਼ਾਦੇ ਦੇ ਨਾਲ ਠੰਡੀ ਰਾਤਾਂ ਦੇ ਵਿੱਚ ਸਾਨੂੰ ਇਹਨਾਂ ਨੇ ਜਿਵੇਂ ਕਿ ਝੌਂਪੜੀ ਜਿਹੜੀ ਤਿਆਰ ਕੀਤੀ ਹੈ, ਸਿਰਫ ਇੱਕ ਉਹ ਦਰਸਾਉਣ ਵਾਸਤੇ ਵੀ ਉਹ ਕਿਵੇਂ ਇਸ ਝੌਂਪੜੀ 'ਚ ਰਹੇ ਹੋਣਗੇ,
ਕਿੰਨੀ ਠੰਡ ਦੇ ਵਿੱਚ ਧੁੰਦਾਂ ਪਈਆਂ ਹੋਣੀਆਂ ਠੰਡ ਦੇ ਮਹੀਨੇ ਵਿੱਚ, ਤੇ ਉਰੇ ਕੋਈ ਵੀ ਹੁਣ ਤਾਂ ਤਕਰੀਬਨ ਜਿਹੜੀ ਇਮਾਰਤਾਂ ਬਣ ਚੁੱਕੀਆਂ, ਲੇਕਿਨ ਉਹ ਸਿਰਫ ਇੱਕ ਦਿਖਾਉਣ ਵਾਸਤੇ ਵੀ ਐਵੇਂ ਝੌਂਪੜੀ ਜਿਹੜੀ ਹੋ ਸਕਦੀ ਹੈਗੀ ਹੈ ਉਹ ਬਣਾਈ ਹੋਈ ਹੈ। ਤੁਸੀਂ 20, 21, 22 ਤਰੀਕ ਨੂੰ ਜ਼ਰੂਰ ਇਸ ਸਮਾਗਮ ਤੇ ਪਹੁੰਚੋ। ਅਸੀਂ ਜੀ ਸਟਾਰ ਟੀਮ ਵੱਲੋਂ ਵੀ ਤੁਹਾਨੂੰ ਵੀ ਸਾਰੀਆਂ ਜਿਹੜੀ ਬੇਨਤੀ ਕਰਦੇ ਹਾਂ। ਤੇ ਬਾਬਾ ਜੀ ਇੱਕ ਜਿਹੜਾ ਹੋਰ ਗੱਲ ਕਰੀਏ ਆਪਾਂ, ਜਿਵੇਂ ਕਿ ਪਰਿਵਾਰ ਵਿਛੋੜਾ ਤੋਂ ਨਗਰ ਕੀਰਤਨ ਉਰੇ ਪਹੁੰਚਦਾ ਹੈ, ਉਸ ਤੋਂ ਬਾਅਦ ਜਿਹੜਾ ਤੁਹਾਡੇ ਉਰੇ ਤੋਂ ਜਿਹੜਾ ਨਗਰ ਕੀਰਤਨ ਇੱਕ ਰੋਪੜ ਜਾਂਦਾ ਹੈ, ਉਹ ਵੀ ਕਿਹੜੀ ਤਰੀਕ ਨੂੰ ਹੁੰਦਾ? ਹਰ ਸਾਲ 3 ਨਗਰ ਕੀਰਤਨ ਸਾਡੇ ਇਸ ਸਥਾਨ ਤੇ ਹੁੰਦੇ ਆ। ਪਹਿਲੇ ਦਿਨ ਜਦੋਂ 6 ਪੋਹ ਵਾਲੇ ਦਿਨ, ਅੱਜ ਹੁਣ 20 ਦਸੰਬਰ ਬਣਦਾ, 6 ਪੋਹ ਵਾਲੇ ਦਿਨ ਇੱਥੇ 10 ਵਜੇ ਤੋਂ ਲੈ ਕੇ ਤਕਰੀਬਨ 2-3 ਵਜੇ ਤੱਕ ਦੀਵਾਨ ਹੁੰਦਾ। ਦੀਵਾਨ ਦੀ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਕਰਨ ਤੋਂ ਬਾਅਦ 4 ਵਜੇ ਦੇ ਲਗਭਗ 6 ਪੋਹ ਨੂੰ ਇੱਥੋਂ ਨਗਰ ਕੀਰਤਨ ਜਾਂਦਾ। ਰੋਪੜ ਮਹੱਲਾ ਉੱਚਾ ਖੇੜਾ ਦੇ ਵਿੱਚ ਸਥਾਨ ਬਣਿਆ, ਜਿਨ੍ਹਾਂ ਦੀ ਖੋਜ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ ਕੀਤੀ ਆ। ਮਾਤਾਵਾਂ ਦਾ ਜਿੱਥੇ ਗੁਰੂ ਕੇ ਮਹਿਲਾਂ ਨੇ ਰਾਤ ਕੱਟੀ ਹੈ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਨੂ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, 2 ਗੋਲੀਆਂ ਬੀਬੋ ਤੇ ਭਾਗੋ, ਉਹਨਾਂ ਨੇ ਇੱਕ ਰਾਤ ਰੋਪੜ ਸ਼ਹਿਰ ਦੇ ਵਿੱਚ ਕੱਟੀ। ਉਹ ਵੱਖਰਾ ਇਤਿਹਾਸ ਆ। ਪਰਿਵਾਰ ਦਾ ਦੂਸਰਾ ਹਿੱਸਾ ਜਿਹੜਾ, ਕਿਉਂਕਿ 3 ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ ਸੀ, ਉਹ ਰੋਪੜ ਸ਼ਹਿਰ ਦੇ ਵਿੱਚ ਉਹੀ ਪੁਰਾਤਨ ਅਸਥਾਨ ਕੋਠੜੀਆਂ 2 ਸਾਂਭੀਆਂ ਗਈਆਂ, ਸਰਹੰਦੀ ਇੱਟਾਂ ਦੀਆਂ ਬਣੀ, ਛੋਟੀਆਂ ਇੱਟਾਂ ਦੀਆਂ ਬਣੀਆਂ ਹੋਈਆਂ। ਸੰਗਤਾਂ ਉੱਥੇ ਵੀ ਦਰਸ਼ਨ ਕਰਦੀਆਂ। ਸੋ ਇੱਥੋਂ 6 ਪੋਹ ਨੂੰ ਸ਼ਾਮ ਨੂੰ 4 ਵਜੇ ਸ਼ਬਦ ਚੌਂਕੀ ਦੇ ਰੂਪ ਦੇ ਵਿੱਚ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਸੰਗਤਾਂ ਉੱਥੇ ਪਹੁੰਚਦੀਆਂ ਅਰਦਾਸ ਬੇਨਤੀ ਕਰਨ ਉਪਰੰਤ, ਤੇ ਉੱਥੇ ਚਾਹ ਪਕੌੜਿਆਂ ਲੰਗਰ ਵੀ ਚੱਲਦਾ ਤੇ ਢਾਡੀ ਦਰਬਾਰ ਵੀ ਹੁੰਦਾ। ਸਮਾਪਤੀ ਉਪਰੰਤ ਫਿਰ ਇੱਥੇ ਸੰਗਤਾਂ ਆ ਜਾਂਦੀਆਂ। ਦੂਸਰੇ ਦਿਨ ਦਾ ਜਿਹੜਾ ਸਮਾਗਮ 7 ਪੋਹ ਦਾ, ਤੇ ਸਵੇਰੇ 10 ਤੋਂ ਲੈ ਕੇ 3 ਵਜੇ ਤੱਕ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਦਾ ਹੁੰਦਾ, ਜੋ ਪ੍ਰਬੰਧਕ ਕਮੇਟੀ ਦਾ। ਤੇ ਤਕਰੀਬਨ 7 ਪੋਹ ਨੂੰ ਸਵੇਰੇ 7:30 ਵਜੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਅਰਦਾਸ ਬੇਨਤੀ ਕਰਨ ਤੋਂ ਬਾਅਦ ਇਲਾਕੇ ਦੀਆਂ ਸਾਰੀਆਂ ਸੰਗਤਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਸੇ ਭਾਵਨਾ ਨੂੰ ਲੈ ਕੇ, ਜਿਵੇਂ ਦਾਦੀ ਮਾਂ ਤੇ ਸਾਹਿਬਜ਼ਾਦੇ ਇਸ ਸਥਾਨ ਤੇ ਪਹੁੰਚਦੇ ਆ। 7 ਪੋਹ ਨੂੰ ਦਿਨੇ ਫਿਰ ਉਹ 7:30 ਵਜੇ ਉੱਥੋਂ ਨਗਰ ਕੀਰਤਨ ਆਰੰਭ ਹੁੰਦਾ ਅਗਲੇ ਦਿਨ। ਤੇ ਪੈਦਲ ਸੰਗਤਾਂ ਸਰਸਾ ਨਦੀ ਦੇ ਵਿੱਚੋਂ ਦੀ ਟਰਾਲੀਆਂ ਤੇ ਕੁਝ ਪੈਦਲ ਉਸੇ ਸ਼ਰਧਾ ਭਾਵਨਾ ਨੂੰ ਲੈ ਕੇ ਮਹਾਰਾਜ ਦੀ ਅਗਵਾਈ ਦੇ ਵਿੱਚ ਇਸ ਸਥਾਨ ਤੇ ਤਕਰੀਬਨ 11-12 ਵਜੇ ਤੱਕ 7 ਪੋਹ ਨੂੰ ਨਗਰ ਕੀਰਤਨ ਪਹੁੰਚਦਾ ਦੂਜੇ ਦਿਨ ਦਾ। ਤੇ ਸ਼ਾਮ ਸਮੇਂ 4 ਵਜੇ ਤੋਂ 9-10 ਵਜੇ ਤੱਕ, ਕਈ ਵਾਰ 11 ਵੀ ਵੱਜ ਜਾਂਦੇ ਨੇ, ਸਫਰੇ ਸ਼ਾਤ ਸਮਾਗਮ ਗਿਆਨੀ ਹਰਪਾਲ ਸਿੰਘ ਜੀ ਮਨਾਉਂਦੇ ਨੇ। ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਜਿਸ ਦੇਸ਼ਾਂ ਤੋਂ, ਤੇ ਚੈਨਲਾਂ ਰਾਹੀਂ ਵੀ ਸੰਗਤਾਂ ਦੇਖਦੀਆਂ ਉਹ ਸਮਾਗਮ। ਤੇ ਤੀਸਰੇ ਦਿਨ ਦਾ ਜਿਹੜਾ ਆਖਰੀ ਸਮਾਗਮ ਹੁੰਦਾ ਹੈ 8 ਪੋਹ ਦਾ, ਜਦੋਂ ਇੱਥੇ ਰਾਤ ਕੱਟਣ ਤੋਂ ਬਾਅਦ ਦਾਦੀ ਮਾਂ ਤੇ ਸਾਹਿਬਜ਼ਾਦੇ ਬਾਬਾ ਕੁੰਮਾ ਮਾਛੀ ਮਾਈ ਲక్ష్ਮੀ ਜੀ ਦੇ ਨਾਲ ਅਗਲੇ ਪੜਾਅ ਵੱਲ ਚੱਲਦੇ ਆ। ਦਿਨੇ ਸਮਾਗਮ 2 ਵਜੇ ਦੀ ਸਮਾਪਤੀ ਹੁੰਦੀ ਹੈ। 2 ਵਜੇ ਇੱਥੋਂ ਨਗਰ ਕੀਰਤਨ ਸਮਾਪਤੀ ਦਾ ਆਰੰਭ ਹੋ ਕੇ ਇੱਥੋਂ 2.5 ਕਿਲੋਮੀਟਰ ਦੂਰ ਪਿੰਡ ਚੱਕ ਢੇਰਾ ਪੈਂਦਾ ਰੋਪੜ ਵੱਲ ਨੂੰ, ਉਸ ਸਥਾਨ ਤੱਕ ਸੰਗਤਾਂ ਪੈਦਲ ਮੋਢਿਆਂ ਤੇ ਪਾਲਕੀ ਚੱਕ ਕੇ ਗੁਰੂ ਮਹਾਰਾਜ ਜੀ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੈਦਲ ਨਗਰ ਕੀਰਤਨ। ਫਿਰ ਉਸੇ ਭਾਵਨਾ ਨੂੰ ਮੁੱਖ ਰੱਖ ਕੇ ਵੀ ਹੁਣ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੂੰ ਅਸੀਂ ਅਗਲੇ ਪੜਾਅ ਵੱਲ ਛੱਡਣ ਵਾਸਤੇ ਚੱਲੇ ਹਾਂ। ਉਹ ਸਮਾਪਤੀ ਦਾ ਨਗਰ ਕੀਰਤਨ ਪਿੰਡ ਚੱਕ ਢੇਰਾ ਸ਼ਾਮ ਨੂੰ ਤਕਰੀਬਨ 4:30-5 ਵਜੇ ਤੱਕ ਸਾਰੇ ਸਮਾਗਮ ਦੀ ਸਮਾਪਤੀ ਫਿਰ ਉੱਥੇ ਅਰਦਾਸ ਬੇਨਤੀ ਹੁੰਦੀ ਹੈ। ਤੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਸੰਗਤਾਂ ਨੂੰ ਇਹੀ ਵੀ ਜਿਹੜੀਆਂ ਹੁਣ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੂੰ ਨਿੱਕੀਆਂ ਜਿੰਦਾ ਵੱਡੇ ਸਾਕੇ, ਕਿਉਂਕਿ ਸਭ ਤੋਂ ਵੱਡਾ ਸਿੱਖ ਪੰਥ ਦੇ ਵਿੱਚ ਇਹ ਦਰਦਨਾਕ ਸਾਕਾ ਬੱਚਿਆਂ ਦਾ, ਤੇ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਓ। ਇਹਨਾਂ ਰਸਤੇ ਪੈਂਡਿਆਂ ਨੂੰ ਸਾਰੇ ਜਿੱਥੇ ਜਿੱਥੇ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੇ ਰਾਤਾਂ ਕੱਟੀਆਂ, ਇਹ ਹੁਣ ਸ਼ਹੀਦੀ ਪੰਦਰਵਾੜਾ ਆਉਣ ਵਾਲਾ, ਕਿਉਂਕਿ ਜਦੋਂ ਆਪਾਂ ਆਪਣੇ ਪਰਿਵਾਰਾਂ ਸਮੇਤ ਇਹਨਾਂ ਪਿੰਡਿਆਂ ਦਾ, ਇਹਨਾਂ ਇਤਿਹਾਸਕ ਸਥਾਨਾਂ ਦਾ ਯਾਤਰਾ ਕਰਾਂਗੇ, ਆਪਣੇ ਬੱਚਿਆਂ ਨੂੰ ਯਾਤਰਾ ਕਰਵਾਵਾਂਗੇ, ਆਪਣੇ ਇਤਿਹਾਸ ਤੋਂ ਜਾਣੂ ਹੋਣਗੇ, ਵਿਰਸੇ ਤੋਂ ਜਾਣੂ ਹੋਣਗੇ, ਹੋਰ ਪਾਸੇ ਵੱਲ ਜਾਣ ਤੋਂ ਬਚਣਗੇ, ਨਸ਼ਿਆਂ ਤੋਂ ਵੀ ਬਚਣਗੇ, ਆਪਣੇ ਵਿਰਸੇ ਤੋਂ ਜਾਣੂ ਹੋਣਗੇ, ਤਾਂ ਕਿ ਉਹਨਾਂ ਦੀ ਵਧੀਆ ਜ਼ਿੰਦਗੀ ਜਿਹੜੇ ਦਾਦੀ ਮਾਂ ਤੇ ਸਾਹਿਬਜ਼ਾਦਿਆਂ ਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੂਰਨੇ ਪਾਏ ਨੇ ਹੱਕ ਸੱਚ ਦੇ ਲਈ ਖੜਨ ਦਾ, ਜੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰਾਹ ਦਰਸਾਏ ਨੇ, ਉਹਨਾਂ ਰਾਹਾਂ ਪੈਂਡਿਆਂ ਦੀਆਂ ਵਾਟਾਂ ਆਪਾਂ ਵੀ ਤੈਅ ਕਰੀਏ, ਤੇ ਸਾਨੂੰ ਵੀ ਉਹ ਅਹਿਸਾਸ ਹੋਵੇ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਰਸਤੇ ਪੈਂਡੇ ਤੈਅ ਕੀਤੇ। ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਾਲ ਕਿਰਪਾਲ ਸਿੰਘ।